ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਗੁਰੂ ਜੀ ਦੇ ਡਰੌਲੀ ਵਿੱਚ ਨਿਵਾਸ ਸਮੇਂ ਅਨੇਕਾਂ ਸਿੱਖ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਨਾਮਦਾਨ ਦਾ ਉਪਦੇਸ਼ ਲੈ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਗੁਰੂ ਘਰ ਦੀ ਮਹਿਮਾ ਕਰਦੀਆਂ। ਇਸ ਸਮੇਂ ਬਾਬਾ ਗੁਰਦਿੱਤਾ ਜੀ ਵੀ ਆਪਣੇ ਪਰਿਵਾਰ ਸਹਿਤ ਕੀਰਤਪੁਰ ਤੋਂ ਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਆਏ। ਵਿਸਾਖੀ ਦਾ ਮੇਲਾ ਬਹੁਤ ਲੱਗਾ ਸੀ। ਸੰਗਤਾਂ ਬੇਅੰਤ ਭੇਟਾਂ ਲੈ ਕੇ ਗੁਰੂ ਜੀ ਦੇ ਹਾਜ਼ਰ ਹੋਈਆਂ। ਉਪਰੰਤ ਜਦ ਸਾਉਣ ਦਾ ਮਹੀਨਾ ਆ ਗਿਆ ਤਾਂ ਇੱਕ ਦਿਨ ਮਾਤਾ ਦਮੋਦਰੀ ਜੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ, ਮਹਾਰਾਜ, ਹੁਣ ਮੇਰਾ ਅੰਤ ਸਮਾਂ ਆ ਗਿਆ ਹੈ। ਮੈਂ ਸਰੀਰ ਤਿਆਗਣ ਲੱਗੀ ਹਾਂ। ਮੇਰੇ ਪਾਸੋਂ ਜੇਕਰ ਕੋਈ ਅਣਜਾਣਪੁਣੇ ਵਿੱਚ ਗਲਤੀ ਹੋ ਗਈ ਹੈ ਤਾਂ ਉਸ ਦੀ ਮੁਆਫੀ ਦੇਣੀ। ਗੁਰੂ ਜੀ ਨੇ ਕਿਹਾ, ਸਤਨਾਮ ਦਾ ਜਾਪ ਕਰੋ ਅਤੇ ਆਪਣੀ ਬਿਰਤੀ ਨੂੰ ਪ੍ਰਭੂ ਜੋਤੀ ਨਾਲ ਮੇਲ ਕੇ ਪਰਮ ਗਤੀ ਨੂੰ ਪ੍ਰਾਪਤ ਕਰੋ। ਮਾਤਾ ਜੀ ਇਸ਼ਨਾਨ ਕਰਕੇ ਕੁਸ਼ਾ ਦੇ ਆਸਣ ਉੱਤੇ ਲੇਟ ਗਏ ਅਤੇ ਗੁਰੂ ਚਰਨਾਂ ਦਾ ਧਿਆਨ ਕਰਕੇ ਸਰੀਰ ਤਿਆਗ ਕੇ ਗੁਰਪੂਰੀ ਵਿੱਚ ਜਾ ਬਿਰਾਜੇ। ਸਰੀਰ ਦਾ ਸੰਸਕਾਰ ਕਰਕੇ ਗੁਰੂ ਜੀ ਨੇ ਬਾਬਾ ਗਰਭਾਬੀ ਪਾਸੋਂ ਕੀਰਤਨ ਕਰਵਾਇਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਡੇਰੇ ਆ ਗਏ। 13ਵੇਂ ਉੱਤੇ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਪੱਗ ਬਣਾਈ ਅਤੇ ਅਤੁੱਟ ਲੰਗਰ ਵਰਤਾਇਆ। ਇਸ ਪਿੱਛੋਂ ਛੇਤੀ ਹੀ ਥੋੜ੍ਹੇ ਦਿਨਾਂ ਵਿੱਚ ਹੀ ਗੁਰੂ ਜੀ ਦੀ ਸਾਲੀ ਬੀਬੀ ਰਾਮੋ, ਉਸ ਦਾ ਪਤੀ ਭਾਈ ਸਾਈਂ ਦਾਸ ਅਤੇ ਸਹੁਰਾ ਨਰਾਇਣ ਦਾਸ ਅੱਗੇ ਪਿੱਛੇ ਚਲਾਣਾ ਕਰ ਗਏ। ਕੁਛ ਦਿਨਾਂ ਉਪਰੰਤ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਹਨਾਂ ਦੇ ਪਰਿਵਾਰ ਮਾਤਾ ਨਾਨਕੀ ਜੀ ਅਤੇ ਮਰਵਾਹੀ ਜੀ ਸਹਿਤ ਘਰ ਦਾ ਸਮਾਨ ਗੱਡਿਆਂ ਉੱਤੇ ਲਦਵਾ ਕੇ ਕਰਤਾਰਪੁਰ ਭੇਜ ਦਿੱਤਾ ਅਤੇ ਇਹਨਾਂ ਦੇ ਨਾਲ ਹੀ ਗੁਰੂ ਜੀ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਕਰਤਾਰਪੁਰ ਭੇਜ ਦਿੱਤੀ, ਜੋ ਫਿਰ ਸਦਾ ਵਾਸਤੇ ਕਰਤਾਰਪੁਰ ਹੀ ਰਹੀ। ਆਪ ਜੀ ਬੀਬੀ ਰਾਮੋ ਆਦਿ ਦੇ ਅੰਤਮ ਸੰਸਕਾਰ ਕਰਨ ਵਾਸਤੇ ਪਿੱਛੇ ਠਹਿਰ ਗਏ। ਸਾਰੇ ਪਰਿਵਾਰ ਅਤੇ ਸਮਾਨ ਨੂੰ ਕਰਤਾਰਪੁਰ ਭੇਜ ਕੇ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ, ਸਾਈਂ ਦਾਸ ਅਤੇ ਬੀਬੀ ਰਾਮੋ ਪਰਲੋਕ ਗਮਨ ਕਰ ਗਏ ਹਨ। ਇੱਥੇ ਸੁਨਸਾਨ ਵਰਤ ਗਈ ਹੈ, ਉਦਾਸੀ ਛਾ ਗਈ ਹੈ। ਹੁਣ ਸਾਡੀ ਇੱਥੇ ਰਹਿਣ ਨੂੰ ਮਨ ਨਹੀਂ ਕਰਦਾ। ਇਸ ਕਰਕੇ ਕੱਲ ਅੰਮ੍ਰਿਤ ਵੇਲੇ ਹੀ ਇੱਥੋਂ ਤੁਰਨ ਦੀ ਤਿਆਰੀ ਕਰ ਲਵੋ। ਭਾਈ ਸਾਧੂ ਤੇ ਰੂਪੇ ਨੇ ਆਪਣੇ ਨਵੇਂ ਪਿੰਡ ਰੂਪੇਕੇ ਵਿੱਚ ਇੱਕ ਬੜੀ ਸੁੰਦਰ ਧਰਮਸ਼ਾਲਾ ਬਣਵਾਈ ਸੀ, ਜਿਸ ਵਿੱਚ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨ ਪਾਉਣੇ ਚਾਹੁੰਦੇ ਸਨ। ਆਪਣੇ ਪਰਮ ਪ੍ਰੇਮੀਆਂ ਦੇ ਮਨ ਦੀ ਇਸ ਭਾਵਨਾ ਨੂੰ ਪੂਰੀ ਕਰਨ ਵਾਸਤੇ ਗੁਰੂ ਜੀ ਤਿਆਰ ਹੋ ਕੇ ਭਾਈ ਰੂਪਕੇ ਪਹੁੰਚ ਗਏ। ਉਹਨਾਂ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਭਾਈ ਰੂਪੇ ਨੂੰ ਮੰਜੀ ਬਖਸ਼ ਦਿੱਤੀ ਅਤੇ ਵਰ ਦਿੱਤਾ ਕਿ ਤੇਰੇ ਘਰ 7 ਪੁੱਤਰ ਹੋਣਗੇ, ਜੋ ਗੁਰੂ ਘਰ ਦੇ ਅਨੰਨ ਸਿੱਖ ਹੋਣਗੇ। ਇਸ ਇਲਾਕੇ ਵਿੱਚ ਤੁਹਾਡੀ ਬਹੁਤ ਮਾਨਤਾ ਹੋਵੇਗੀ। ਇਸ ਗੱਲ ਦਾ ਜਦ ਜੋਧ ਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਭਾਈ ਰੂਪੇਕੇ ਆਏ ਹੋਏ ਹਨ ਤਾਂ ਉਹ ਆਪਣੀ ਇਸਤਰੀ, ਭਾਈ ਅਤੇ ਕੁਝ ਸੂਰਮੇ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਗੁਰੂ ਜੀ ਨੂੰ ਨਮਸਕਾਰ ਕਰਕੇ ਸੁੱਖ ਸਾਂਦ ਪੁੱਛ ਕੇ ਫਿਰ ਯੁੱਧਾਂ ਜੰਗਾਂ ਦੀਆਂ ਗੱਲਾਂ ਸੁਣ ਕੇ ਜੋਧ ਸ਼ਾਹ ਨੇ, ਮਹਾਰਾਜ, ਮੈਂ ਵੀ ਆਪ ਜੀ ਨਾਲ ਇਹਨਾਂ ਅੰਮ੍ਰਿਤਸਰ ਅਤੇ ਰੁਹੇਲੇ ਪਿੰਡ ਦੇ ਯੁੱਧਾਂ ਵਿੱਚ ਸ਼ਾਮਿਲ ਹੁੰਦਾ ਤਾਂ ਮੈਂ ਵੈਰੀ ਨਾਲ 2 ਹੱਥ ਕਰਕੇ ਆਪ ਜੀ ਨੂੰ ਵਿਖਾਉਂਦਾ। ਗੁਰੂ ਜੀ ਨੇ ਕਿਹਾ, ਜਦ ਫੇਰ ਕੋਈ ਐਸਾ ਸਮਾਂ ਬਣੇਗਾ ਤੈਨੂੰ ਖਬਰ ਕਰਾਂਗੇ, ਤੂੰ ਸਾਡੀ ਮਦਦ ਵਾਸਤੇ ਆ ਜਾਵੀਂ। ਗੁਰੂ ਜੀ ਪਾਸ ਦਰਸ਼ਨ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ। ਕਈ ਪ੍ਰਕਾਰ ਦੇ ਸ਼ਸਤਰ, ਘੋੜੇ ਅਤੇ ਅੰਨ ਬਸਤਰ ਨਕਦ ਭੇਟਾਂ ਲੈ ਕੇ ਸਿੱਖ ਸੰਗਤਾਂ ਹਾਜ਼ਰ ਹੁੰਦੀਆਂ ਅਤੇ ਗੁਰੂ ਕੀਆਂ ਖੁਸ਼ੀਆਂ ਲੈ ਕੇ ਨਿਹਾਲ ਹੁੰਦੀਆਂ। ਪਿੰਡ ਰੂਪੇਕੇ ਵਿੱਚ ਇੱਕ ਦਿਨ ਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ ਤਾਂ ਕਾਬਲ ਦੀ ਸੰਗਤ ਨਾਲ ਗੁਰੂ ਜੀ ਦੇ 2 ਮਸੰਦ ਭਾਈ ਤਾਰਾ ਚੰਦ ਅਤੇ ਬਖਤਮਲ ਨੇ ਉੱਥੇ ਆਣ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ,
ਆਪ ਜੀ ਦੀ ਕਾਰ ਭੇਟ ਇਕੱਠੀ ਕਰਕੇ ਅਸੀਂ ਆਪ ਜੀ ਵਾਸਤੇ 2 ਬਹੁਤ ਵਧੀਆ ਘੋੜੇ ਖਰੀਦ ਕੇ ਕਾਬਲ ਤੋਂ ਸੰਗਤ ਦੇ ਨਾਲ ਜਦ ਲਾਹੌਰ ਪੁੱਜੇ ਤਾਂ ਲਾਹੌਰ ਦੇ ਸੂਬੇ ਨੇ ਉਹ ਦੋਵੇਂ ਘੋੜੇ ਸਾਡੇ ਪਾਸੋਂ ਜ਼ਬਰਦਸਤੀ ਖੋਹ ਲਏ ਅਤੇ ਸ਼ਾਹੀ ਤਬੇਲੇ ਵਿੱਚ ਬੰਨ੍ਹ ਲਏ ਹਨ। ਇਸ ਗੱਲ ਦਾ ਸਾਨੂੰ ਬੜਾ ਦੁੱਖ ਹੈ। ਅਸਾਂ ਬੜੇ ਪ੍ਰੇਮ ਨਾਲ ਸੇਵਾ ਕਰਕੇ ਇਹਨਾਂ ਘੋੜਿਆਂ ਨੂੰ ਆਪ ਜੀ ਦੀ ਸਵਾਰੀ ਵਾਸਤੇ ਲਿਆਂਦਾ ਸੀ। ਗੁਰੂ ਜੀ ਨੇ ਧੀਰਜ ਦਿੱਤੀ ਅਤੇ ਬਚਨ ਕੀਤਾ ਕਿ ਤੁਹਾਡੇ ਮਨ ਦੀ ਮੁਰਾਦ ਪੂਰੀ ਹੋ ਜਾਏਗੀ। ਤੁਹਾਡੇ ਵੱਲੋਂ ਸਾਨੂੰ ਘੋੜੇ ਪਹੁੰਚ ਗਏ ਹਨ। ਉਸ ਉਪਰੰਤ ਵਿਚਾਰ ਕਰਕੇ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ, ਇਹਨਾਂ ਪ੍ਰੇਮੀਆਂ ਦੇ ਮਨ ਦੀ ਮੁਰਾਦ ਨੂੰ ਪੂਰਾ ਕਰਨ ਵਾਸਤੇ ਜਿਵੇਂ ਕਿਵੇਂ ਕਰਕੇ ਇਹਨਾਂ ਘੋੜਿਆਂ ਨੂੰ ਤੂੰ ਸਾਡੇ ਪਾਸ ਲਿਆਉਣਾ ਕਰ। ਇਹ ਕਾਰਜ ਤੇਰੇ ਹੀ ਕਰਨ ਗੋਚਰਾ ਹੈ। ਬਿਧੀ ਚੰਦ ਗੁਰੂ ਜੀ ਤੋਂ ਖੁਸ਼ੀਆਂ ਲੈ ਕੇ ਲਾਹੌਰ ਨੂੰ ਚੱਲ ਪਿਆ ਅਤੇ ਲਾਹੌਰ ਪਹੁੰਚ ਕੇ ਇੱਕ ਸਿੱਖ ਭਾਈ ਜਿਉਣ ਦੇ ਘਰ ਠਹਿਰ ਗਿਆ। ਦੂਸਰੇ ਦਿਨ ਭਾਈ ਬਿਧੀ ਚੰਦ ਬੜੇ ਚੰਗੇ ਨਰਮ ਹਰੇ ਹਰੇ ਘਾਹ ਦੀ ਪੰਡ ਖੋਦ ਕੇ ਕਿਲੇ ਦੇ ਦਰਵਾਜ਼ੇ ਅੱਗੇ ਆਣ ਬੈਠਾ। ਸ਼ਾਹੀ ਘੋੜਿਆਂ ਦੇ ਤਬੇਲੇ ਦਾ ਦਰੋਗਾ ਸੌਂਦੇ ਖਾਂ ਘਾਹ ਦੀ ਪੰਡ ਦਾ ਮੁੱਲ ਕਰਕੇ ਭਾਈ ਬਿਧੀ ਚੰਦ ਪਾਸੋਂ ਚੁਕਵਾ ਕੇ ਘੋੜਿਆਂ ਦੇ ਤਬੇਲੇ ਵਿੱਚ ਲੈ ਗਿਆ ਅਤੇ ਕਿਹਾ ਕਿ ਇਹ ਘਾਹ ਇਹਨਾਂ 2 ਘੋੜਿਆਂ ਅੱਗੇ ਪਾ ਦਿਓ। ਭਾਈ ਬਿਧੀ ਚੰਦ ਨੇ ਘਾਹ ਨੂੰ ਬੜੀ ਚੰਗੀ ਤਰ੍ਹਾਂ ਘੋੜਿਆਂ ਅੱਗੇ ਰੱਖਿਆ ਅਤੇ ਫਿਰ ਆਪ ਘੋੜਿਆਂ ਨੂੰ ਆਪਣੇ ਕੱਪੜੇ ਨਾਲ ਹੀ ਮੂੰਹ ਤੋਂ ਪੈਰਾਂ ਤੱਕ ਬੜੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ। ਇਸ ਸਫਾਈ ਨਾਲ ਘੋੜੇ ਵੀ ਬੜੇ ਖੁਸ਼ ਹੋ ਕੇ ਘਾਹ ਖਾਣ ਲੱਗੇ ਅਤੇ ਦਰੋਗਾ ਵੀ ਬੜਾ ਖੁਸ਼ ਹੋਇਆ ਕਿ ਇਸਨੇ ਪਾਤਸ਼ਾਹੀ ਘੋੜਿਆਂ ਨਾਲ ਬੜਾ ਪ੍ਰੇਮ ਜਤਲਾਇਆ ਹੈ। ਇਸ ਪ੍ਰਸੰਨਤਾ ਦੇ ਕਾਰਨ ਸੌਂਦੇ ਖਾਂ ਨੇ ਬਿਧੀ ਚੰਦ ਨੂੰ ਕਿਹਾ, ਤੂੰ ਰੋਜ਼ ਹੀ ਇੱਕ ਪੰਡ ਚੰਗੇ ਘਾਹ ਦੀ ਇਹਨਾਂ ਘੋੜਿਆਂ ਵਾਸਤੇ ਲੈ ਆਇਆ ਕਰ ਅਤੇ ਰਾਤ ਵੀ ਘੋੜਿਆਂ ਦੇ ਪਾਸ ਹੀ ਰਿਹਾ ਕਰ। ਪੈਸੇ ਤੈਨੂੰ ਮਹੀਨੇ ਦੀ ਤਨਖਾਹ ਦੇ ਹਿਸਾਬ ਨਾਲ ਮਿਲ ਜਾਇਆ ਕਰਨਗੇ। ਇਸ ਫੈਸਲੇ ਅਨੁਸਾਰ ਬਿਧੀ ਚੰਦ ਨੂੰ ਘੋੜਿਆਂ ਦੇ ਤਬੇਲੇ ਪਾਸ ਰਹਿਣ ਨੂੰ ਥਾਂ ਮਿਲ ਗਈ ਅਤੇ ਉਹ ਰੋਜ਼ ਹੀ ਇੱਕ ਪੰਡ ਘਾਹ ਦੀ ਲਿਆ ਕੇ ਘੋੜਿਆਂ ਨੂੰ ਮਾਲਿਸ਼ ਅਤੇ ਸਫਾਈ ਕਰਕੇ ਬੜੇ ਪ੍ਰੇਮ ਨਾਲ ਖਵਾਉਂਦਾ। ਸੌਂਦੇ ਖਾਂ ਦਰੋਗਾ ਬਿਧੀ ਚੰਦ 'ਤੇ ਬਹੁਤ ਖੁਸ਼ ਰਹਿੰਦਾ। ਇਸ ਕਰਕੇ ਭਾਈ ਬਿਧੀ ਚੰਦ ਨੇ ਕੁਝ ਦਿਨਾਂ ਵਿੱਚ ਹੀ ਸਭ ਕੁਝ ਵੇਖ ਤਾੜ ਕੇ ਇੱਕ ਘੋੜਾ ਲੈ ਕੇ ਬਾਹਰ ਨਿਕਲਣ ਦੀ ਵਿਉਂਤ ਬਣਾ ਲਈ। ਇੱਕ ਦਿਨ ਭਾਈ ਬਿਧੀ ਚੰਦ ਨੇ ਆਪਣੇ ਸਾਰੇ ਸਾਥੀ ਨੌਕਰਾਂ ਅਤੇ ਪਹਿਰਾਦਾਰਾਂ ਨੂੰ ਜਲਸਾ ਕਰਕੇ ਕਬਾਬ ਦੇ ਨਾਲ ਬਹੁਤ ਸ਼ਰਾਬ ਪਿਆ ਕੇ ਬੇਹੋਸ਼ ਕਰ ਦਿੱਤਾ ਅਤੇ ਆਪ ਘੋੜੇ ਉੱਤੇ ਸਵਾਰ ਹੋ ਕੇ ਕਿਲੇ ਦੀ ਪਿਛਲੀ ਕੰਧ ਉੱਤੋਂ ਉਸ ਨੂੰ ਰਾਵੀ ਦਰਿਆ ਵਿੱਚੋਂ ਕਿਲੇ ਦੇ ਨਾਲ ਹੀ ਵਗਦਾ ਸੀ ਛਾਲ ਮਰਵਾ ਦਿੱਤੀ। ਘੋੜੇ ਨੂੰ ਦਰਿਆ ਪਾਰ ਕਰਾ ਕੇ ਭਾਈ ਬਿਧੀ ਚੰਦ ਇਹ ਤੁਕ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਪੜ੍ਹਦਾ ਹੋਇਆ ਜੰਗਲ ਦੇਸ਼ ਵਿੱਚ ਗੁਰੂ ਜੀ ਪਾਸ ਭਾਈ ਰੂਪ ਕੇ ਪਿੰਡ ਪਹੁੰਚ ਗਿਆ। ਘੋੜੇ ਨੂੰ ਵੇਖ ਕੇ ਭਾਈ ਬਖਤਮਲ ਮਸੰਦ ਨੇ ਦੱਸਿਆ ਕਿ ਮਹਾਰਾਜ ਇਸ ਘੋੜੇ ਦਾ ਨਾਮ ਦਿਲਬਾਗ ਹੈ। ਗੁਰੂ ਜੀ ਨੇ ਬਿਧੀ ਚੰਦ ਉੱਤੇ ਪ੍ਰਸੰਨ ਹੋ ਕੇ ਕਿਹਾ, ਉਸ ਨੂੰ ਥਾਪੀ ਦਿੱਤੀ ਅਤੇ ਘੋੜੇ ਦੀ ਦੇਖਭਾਲ ਵਾਸਤੇ ਭਾਈ ਜੇਠੇ ਨੂੰ ਨਿਯਤ ਕਰ ਦਿੱਤਾ।